ਅੱਜ ਅਸੀਂ महाराजा रणजीत सिंह ਦੇ सिविल एडमिनिस्ट्रेशन बारे गलबात करांगे। महाराजा रणजीत सिंह ਦਾ नागरिक प्रबंध। जिवें कि तुहानूं पता ही है कि महाराजा रणजीत सिंह ने छोटी जी मिसल तो शुकर चकिया मिसल तो चल के एक सुतंत्र सिख साम्राज की स्थापना की सी और उन्होंने अपने इन्ने वड्डे साम्राज नूं बहुत ही सुचज्जे ढंग नाल चलाया सी और उन्होंने किहड़े-किहड़े तरीके अपनाए अपने प्रशासन नूं चलाउण दे लई, उस दे बारे ही अज असीं गलबात करांगे, जिस दा विषय है महाराजा रणजीत सिंह दा नागरिक प्रबंध। इस दे विच जिवें कि तुसीं जाणदे ही हो कि महाराजा रणजीत सिंह एक बहुत ही दूरअंदेशी सी और अपने प्रशासन नूं चलाउण दे लई उसने बहुत ही योग ढंग दे नाल कार्रवाई कीती सी। सब तो पहला असीं स्टैप बाय स्टैप चलांगे, जिस दे विच फस्टली तुसीं स्लाइड दे उपर देखोगे कि महाराजा रणजीत सिंह दा नागरिक प्रबंध। सब तो पहला असीं उस दे विच करांगे कि महाराजा रणजीत सिंह दे शासन प्रबंध दा स्वरूप किहो जिहा सी, क्योंकि महाराजा रणजीत सिंह जिवें कि वो आप एक निरकुंश सम्राट सी, महाराजा सी, सारियां शक्तियां दा अंतरीम स्वामी सी महाराजा रणजीत सिंह। और जिस दे विच असीं देखांगे स्टार्टिंग दे उपर कि महाराजा दे कोल असीम शक्तियां सन, कि महाराजा उसदियां शक्तियां भाव कि महाराजा दी शक्तियां उसने अपनी शक्तियां नूं अगे अपने अधिकारियों नूं वंडिया भी होया सी, लेकिन फिर भी अंतरीम शक्तियां दा वो आप ही मालक हुंदा सी। इस तरह सैकेंड पॉइंट है साडे कोल कि बादशाह दे सिद्धांत। बादशाह दे सिद्धांत तो की भाव है कि उस वेले बादशाह नूं सारियां शक्तियां दा एक सोमा मन्निया जांदा सी। जिस तरह के बादशाहत उस वेले ਉਹਨੂੰ ਅਸੀਂ ਮੰਨਦੇ ਹਾਂ ਕਿ ਬਾਦਸ਼ਾਹ ਦੇ ਸਿਧਾਂਤ ਤੋਂ ਅਸੀਂ ਭਾਵ ਲੈਂਦੇ ਹਾਂ ਕਿ ਉਹ ਇੱਕ ਨਿਰਕੁੰਸ਼ ਸੀ, ਲੇਕਿਨ ਨਾਲ ਹੀ ਉਹ ਇਸ ਸਿਧਾਂਤ 'ਤੇ ਵੀ ਚੱਲਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੈਨਿਕ ਦਸਤੇ ਜਾਂ ਕੋਈ ਸੈਨਿਕ ਜਾਂ ਉਸ ਦਾ ਕੋਈ ਜਰਨੈਲ ਉਹ ਕੋਈ ਜ਼ਿਆਦੀ ਤਾਕਤ ਹਾਸਲ ਕਰਕੇ ਉਹ ਬਾਗੀ ਨਾ ਹੋ ਜਾਵੇ, ਕਿਉਂਕਿ ਸਮੇਂ-ਸਮੇਂ 'ਤੇ ਰਣਜੀਤ ਸਿੰਘ ਆਪ ਵੀ ਇਸ ਚੀਜ਼ ਦੀ ਜਾਂਚ ਉਹ ਕਰਦੇ ਹੁੰਦੇ ਸੀ। ਜਿਵੇਂ ਕਿ ਹੁਣੇ ਤੁਹਾਨੂੰ ਦੱਸਿਆ ਕਿ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਸਲਾਈਡ ਦੇ ਉੱਪਰ ਵੀ ਆ ਰਿਹਾ ਹੈ ਕਿ ਰਣਜੀਤ ਸਿੰਘ ਦੇ ਸ਼ਾਸਨ ਪ੍ਰਬੰਧ ਦਾ ਸਰੂਪ, ਜਿਸ ਦੇ ਵਿੱਚ ਫਸਟ ਪੁਆਇੰਟ ਅਸੀਂ ਕੀਤਾ ਕਿ ਮਹਾਰਾਜਾ ਅਤੇ ਉਸ ਦੀਆਂ ਸ਼ਕਤੀਆਂ। ਸੈਕੰਡ ਪੁਆਇੰਟ ਅਸੀਂ ਕੀਤਾ ਕਿ ਬਾਦਸ਼ਾਹ ਦੇ ਸਿਧਾਂਤ। ਥਰਡ ਪੁਆਇੰਟ ਹੈ ਸਾਡੇ ਕੋਲ ਕਿ ਰਣਜੀਤ ਸਿੰਘ ਉਦਾਰਵਾਦੀ ਨਿਰਕੁੰਸ਼ ਬਾਦਸ਼ਾਹ। ਰਣਜੀਤ ਸਿੰਘ ਦੇ ਕੋਲ ਬਹੁਤ ਸ਼ਕਤੀਆਂ ਸਨ, ਪਰ ਉਸਨੇ ਕਦੇ ਵੀ ਉਹਨਾਂ ਸ਼ਕਤੀਆਂ ਦਾ ਦੁਰਉਪਯੋਗ ਨਹੀਂ ਕੀਤਾ ਸੀ। ਉਹ ਸਦਾ ਹੀ ਆਪਣੀਆਂ ਸ਼ਕਤੀਆਂ ਨੂੰ ਜਨਤਾ ਦੀ ਭਲਾਈ ਦੇ ਲਈ ਵਰਤਦਾ ਸੀ। ਉਸ ਦੀ ਇਹ ਬਹੁਤ ਦਿਲੀ ਇੱਛਾ ਹੁੰਦੀ ਸੀ ਕਿ ਉਹ ਲੋਕ ਭਲਾਈ ਦੇ ਲਈ ਵੱਧ ਤੋਂ ਵੱਧ ਕੰਮ ਕਰੇ ਔਰ ਇਸ ਦੇ ਲਈ ਉਹ ਯੋਗ ਅਤੇ ਤਜਰਬੇਕਾਰ ਵਿਦਵਾਨਾਂ ਨੂੰ ਉਹ ਬਾਹਰੋਂ ਵੀ ਬੁਲਾਉਂਦਾ ਸੀ। ਜਿਵੇਂ ਕਿ ਉਸਨੇ ਰਾਜ ਪ੍ਰਬੰਧ ਨੂੰ ਚੰਗੇ ਤਰੀਕੇ ਨਾਲ ਚਲਾਉਣ ਦੇ ਲਈ ਗੰਗਾ ਰਾਮ ਨੂੰ ਗਵਾਲੀਅਰ ਤੋਂ ਬੁਲਾਇਆ ਸੀ ਅਤੇ ਦੀਵਾਨ ਭਵਾਨੀ ਦਾਸ ਨੂੰ ਕਾਬਲ ਤੋਂ ਉਸਨੇ ਮੰਗਵਾਇਆ ਸੀ। ਉਸਨੇ ਉਹ ਜਨਤਾ ਕੋਲੋਂ ਟੈਕਸ ਜ਼ਰੂਰ ਇਕੱਠਾ ਕਰਦਾ ਸੀ, ਲੇਕਿਨ ਉਸ ਦੇ ਬਦਲੇ ਵਿੱਚ ਉਹ ਜਨਤਾ ਨੂੰ ਬਹੁਤ ਚੰਗੇ ਤਰ੍ਹਾਂ ਨਾਲ ਉਹ ਸੁਰੱਖਿਆ ਪ੍ਰਦਾਨ ਵੀ ਕਰਦਾ ਹੁੰਦਾ ਸੀ। ਉਸ ਤੋਂ ਨੈਕਸਟ ਹੈ ਸਾਡੇ ਕੋਲ ਕਿ ਰਣਜੀਤ ਸਿੰਘ ਦਾ ਸ਼ਾਸਨ ਆਪ ਹੁਦਰਾ ਨਹੀਂ ਸੀ, ਭਾਵ ਕਿ ਰਣਜੀਤ ਸਿੰਘ ਖੁਦ ਮੁਖਤਿਆਰੀ ਦੇ ਨਾਲ ਉਹ ਸ਼ਾਸਨ ਨੂੰ ਨਹੀਂ ਚਲਾਉਂਦਾ ਸੀ। ਜਿਵੇਂ ਕਿ ਡਾਕਟਰ NK ਸਿਨਹਾ ਦੇ ਸ਼ਬਦਾਂ ਦੇ ਵਿੱਚ ਕਿ ਰਣਜੀਤ ਸਿੰਘ ਸਾਰੀਆਂ ਆਰਥਿਕ ਅਤੇ ਰਾਜਨੀਤਿਕ ਸ਼ਕਤੀਆਂ ਦਾ ਸਰਵਉੱਚ ਪ੍ਰਤੀਕ ਨਹੀਂ ਸੀ, ਭਾਵ ਕਿ ਰਣਜੀਤ ਸਿੰਘ ਦੂਰਦਰਸ਼ੀ ਸ਼ਾਸਕ ਸੀ, ਲੇਕਿਨ ਉਸ ਦੀਆਂ ਸ਼ਕਤੀਆਂ ਦੇ ਉੱਪਰ ਬਹੁਤ ਸਾਰੀਆਂ ਰੁਕਾਵਟਾਂ ਵੀ ਸਨ, ਜਿਸ ਦੇ ਵਿੱਚ ਫਸਟ ਹੈ ਮੰਤਰੀ ਮੰਡਲ। ਭਾਵੇਂ ਰਣਜੀਤ ਸਿੰਘ ਆਪ ਖੁਦ ਇੱਕ ਅੰਤਰੀਮ ਸ਼ਕਤੀਆਂ ਦਾ ਮਾਲਕ ਸੀ, ਲੇਕਿਨ ਉਸ ਦੇ ਉੱਪਰ ਵੀ ਇੱਕ ਰੁਕਾਵਟ ਸੀ ਜੋ ਕਿ ਉਸ ਦਾ ਮੰਤਰੀ ਮੰਡਲ ਸੀ। ਮੰਤਰੀ ਮੰਡਲ ਦੀ ਅਪੁਆਇੰਟਮੈਂਟ ਨਿਯੁਕਤੀਆਂ ਮਹਾਰਾਜਾ ਰਣਜੀਤ ਸਿੰਘ ਆਪ ਕਰਦਾ ਸੀ, ਲੇਕਿਨ ਹਰ ਕੰਮ ਦੇ ਵਿੱਚ ਹਰ ਮਹੱਤਵਪੂਰਨ ਸਲਾਹ ਦੇ ਵਿੱਚ ਮੰਤਰੀ ਮੰਡਲ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਹ ਦਿੰਦਾ ਸੀ ਔਰ ਉਹਨਾਂ ਦੇ ਵਿੱਚ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਸਲਾਹਾਂ ਨੂੰ ਮੰਨਣਾ ਵੀ ਪੈਂਦਾ ਸੀ। ਜਿਵੇਂ ਕਿ
ਜਿਸ ਵੇਲੇ 1809 ਈਸਵੀ ਦੀ ਅੰਮ੍ਰਿਤਸਰ ਦੀ ਸੰਧੀ ਹੋਈ ਤਾਂ ਉਸ ਦੇ ਵਿੱਚ ਉਹਨਾਂ ਰਣਜੀਤ ਸਿੰਘ ਦੇ ਮੰਤਰੀ ਫਕੀਰ ਅਜ਼ੀਜ਼ ਉਦੀਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹ ਰਣਜੀਤ ਸਿੰਘ ਨੂੰ ਉਹ ਸੰਧੀ ਕਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਰਣਜੀਤ ਸਿੰਘ ਨੇ ਨਿਯੁਕਤ ਕੀਤਾ ਸੀ ਤਾਂ ਉਹਨਾਂ ਦੇ ਮੰਤਰੀ ਮੰਡਲ ਨੇ ਸਾਰਿਆਂ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਸਲਾਹ ਦਿੱਤੀ ਸੀ ਕਿ ਹਰੀ ਸਿੰਘ ਨਲੂਆ ਉਹ ਗਵਰਨਰ ਨਾਲੋਂ ਜਰਨੈਲ ਦੇ ਅਹੁਦੇ ਤੇ ਜ਼ਿਆਦਾ ਚੰਗੇ ਤਰੀਕੇ ਨਾਲ ਕੰਮ ਕਰ ਸਕਦਾ ਹੈ। ਇਸ ਤਰ੍ਹਾਂ ਹਰੀ ਸਿੰਘ ਨਲੂਆ ਨੂੰ ਕਸ਼ਮੀਰ ਤੋਂ ਬੁਲਾ ਲਿਆ ਸੀ ਔਰ ਪੇਸ਼ਾਵਰ ਦੀਆਂ ਫੌਜਾਂ ਦਾ ਸੈਨਾਪਤੀ ਨਿਯੁਕਤ ਕੀਤਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੰਤਰੀ ਮੰਡਲ ਦਾ ਵੀ ਰਣਜੀਤ ਸਿੰਘ ਦੇ ਉੱਪਰ ਕਾਫੀ ਹੱਦ ਤੱਕ ਪ੍ਰਭਾਵ ਸੀ। ਸੈਕਿੰਡ ਹੈ ਪੰਥ ਦਾ ਪ੍ਰਭਾਵ। ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰਾਂ ਦੇ ਉੱਤੇ ਪੰਥ ਦਾ ਵੀ ਬਹੁਤ ਵੱਡਾ ਪ੍ਰਭਾਵ ਸੀ ਔਰ ਐਨ.ਕੇ. ਸਿਨਹਾ ਦੇ ਸ਼ਬਦਾਂ ਦੇ ਵਿੱਚ ਕਿ ਸਿੱਖਾਂ ਦਾ ਰਾਸ਼ਟਰ ਮੰਡਲ ਜਿਸ ਦਾ ਹਰ ਇੱਕ ਸਿੱਖ ਆਪਣੇ ਆਪ ਨੂੰ ਇੱਕ ਅੰਗ ਸਮਝਦਾ ਸੀ ਖਾਲਸਾ ਦਲ ਦਾ, ਔਰ ਇੱਕ ਮਹਾਨ ਸ਼ਕਤੀ ਸੀ ਔਰ ਰਣਜੀਤ ਸਿੰਘ ਸਦਾ ਹੀ ਉਸ ਦਾ ਆਦਰ ਸਨਮਾਨ ਕਰਦਾ ਸੀ ਕਿਉਂਕਿ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਕਦੇ ਵੀ ਬਾਦਸ਼ਾਹ ਨਹੀਂ ਅਖਵਾਇਆ। ਉਹ ਤੇ ਆਪਣੀ ਸਰਕਾਰ ਨੂੰ ਵੀ ਉਸਨੇ ਆਪਣੀ ਸਰਕਾਰ ਕਦੇ ਨਹੀਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਹੈ। ਉਸਨੇ ਖਾਲਸਾ ਸਰਕਾਰ ਔਰ ਖਾਲਸਾ ਦਰਬਾਰ ਕਹਿੰਦੇ ਸੀ ਉਹਨਾਂ ਦੇ ਜੋ ਉਹਨਾਂ ਦੀ ਸਰਕਾਰ ਸੀ, ਜੋ ਉਹਨਾਂ ਦਾ ਦਰਬਾਰ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਜੋ ਸਿੱਕੇ ਚਲਾਏ ਸਨ ਉਹਨਾਂ ਸਿੱਕਿਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਉਹ ਆਪਣੇ ਨਾਮ ਦੇ ਥੱਲੇ ਨਹੀਂ ਚਲਾਇਆ ਸੀ, ਸਗੋਂ ਉਹਨਾਂ ਨੇ ਉਹਨਾਂ ਸਿੱਕਿਆਂ ਨੂੰ ਨਾਨਕ ਸਹਾਏ ਅਤੇ ਗੋਬਿੰਦ ਸਹਾਏ ਦੇ ਨਾਮ ਦੇ ਉੱਪਰ ਚਲਾਇਆ ਸੀ ਔਰ ਉਹ ਦੋਨੋਂ ਸਿੱਕੇ ਹੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਚੱਲਦੇ ਸਨ। ਇਸੇ ਤਰ੍ਹਾਂ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਸੀ ਉਸ ਦੇ ਉੱਪਰ ਵੀ ਅਕਾਲ ਸਹਾਏ ਉਕਰਿਆ ਹੋਇਆ ਸੀ। ਇਹਨਾਂ ਚੀਜ਼ਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਭਾਵੇਂ ਇੱਕ ਡਿਕਟੇਟਰ ਸੀ, ਇੱਕ ਨਿਰਕੁੰਸ਼ ਸੀ, ਉਸ ਦੇ ਬਾਵਜੂਦ ਵੀ ਉਹ ਆਪਣੇ ਤਰੀਕੇ ਦੇ ਨਾਲ ਇਕੱਲੇ ਤੌਰ ਤੇ ਕੋਈ ਡਿਸੀਜ਼ਨ ਨਹੀਂ ਲੈਂਦਾ ਸੀ। ਥਰਡ ਪੁਆਇੰਟ ਹੈ ਅਕਾਲੀ ਭਾਵ ਅਕਾਲੀ ਵੀ ਰਣਜੀਤ ਸਿੰਘ ਦੀ ਸ਼ਕਤੀ ਉੱਤੇ ਬਹੁਤ ਵੱਡੀ ਰੋਕ ਸਨ ਕਿਉਂਕਿ ਅਕਾਲੀ ਆਪਣੇ ਆਪ ਨੂੰ ਸਿੱਖ ਧਰਮ ਦੇ ਸ਼ਸਤਰਧਾਰੀ ਰਖਵਾਲੇ ਸਮਝਦੇ ਸਨ ਔਰ ਇਹ ਲੋਕ ਸਦਾ ਹੀ ਧਰਮ ਦੇ ਨਾਂ ਦੇ ਉੱਤੇ ਮਰ ਮਿਟਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਔਰ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਕਿਉਂਕਿ ਉਹ ਵੀ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਸਨ, ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਤੇ ਚੱਲਦੇ ਸਨ, ਇਸ ਤੋਂ ਭਾਵ ਕਿ ਅਕਾਲੀ ਵੀ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਮਦਦ ਕਰਨ ਲਈ ਤਤਪਰ ਰਹਿੰਦੇ ਸਨ, ਲੇਕਿਨ ਉਹ ਰਣਜੀਤ ਸਿੰਘ ਦੇ ਕੰਟਰੋਲ ਦੇ ਥੱਲੇ ਨਹੀਂ ਸਨ ਔਰ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਉਹ ਸੁਤੰਤਰ ਹੁੰਦੇ ਸਨ। ਇਸੇ ਤਰ੍ਹਾਂ ਫੋਰਥ ਪੁਆਇੰਟ ਹੈ ਸਾਡੇ ਕੋਲ ਸਮਾਜਿਕ ਪਰੰਪਰਾਵਾਂ ਅਤੇ ਨਿਯਮ। ਰਣਜੀਤ ਸਿੰਘ ਦੀ ਸ਼ਕਤੀ ਉੱਤੇ ਸਮਾਜਿਕ ਪਰੰਪਰਾਵਾਂ ਅਤੇ ਭਾਈਚਾਰੇ ਦੇ ਨਿਯਮ ਵੀ ਇੱਕ ਤਰ੍ਹਾਂ ਨਾਲ ਰੋਕ ਸਨ ਕਿਉਂਕਿ ਇੱਕ ਵਾਰੀ ਰਣਜੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਸਮੇਂ ਕੁਝ ਸਮਾਜਿਕ ਅਤੇ ਕੁਝ ਪਰੰਪਰਾਵਾਂ ਨੂੰ ਉਹਨਾਂ ਨੇ ਤੋੜਿਆ ਸੀ ਤਾਂ ਉਲੰਘਣਾ ਕੀਤੀ ਸੀ। ਇਸ ਤਰ੍ਹਾਂ ਅਕਾਲੀਆਂ ਨੇ ਬਹੁਤ ਬੁਰਾ ਮਨਾਇਆ ਸੀ ਔਰ ਅਕਾਲੀਆਂ ਦੇ ਨੇਤਾ ਫੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਸਜ਼ਾ ਦੇਣ ਲਈ ਹੁਕਮ ਵੀ ਸੁਣਾ ਦਿੱਤਾ ਸੀ ਔਰ ਰਣਜੀਤ ਸਿੰਘ ਨੇ ਉਸ ਸਜ਼ਾ ਨੂੰ ਭੁਗਤਣ ਦੇ ਲਈ ਵੀ ਉਹ ਤਿਆਰ ਹੋ ਗਏ ਸਨ। ਇਸੇ ਤਰ੍ਹਾਂ ਫਿਫਥ ਪੁਆਇੰਟ ਹੈ ਸ਼ਸਤਰਧਾਰੀ ਸਿੱਖ ਜਾਤੀ। ਰਣਜੀਤ ਸਿੰਘ ਦੇ ਅਧਿਕਾਰਾਂ ਉੱਤੇ ਇੱਕ ਹੋਰ ਰੁਕਾਵਟ ਸੀ ਕਿ ਉਸ ਸਮੇਂ ਪੰਜਾਬ ਦਾ ਹਰ ਇੱਕ ਸਿੱਖ ਸਿਪਾਹੀ ਸੀ ਔਰ ਹਰ ਸਿੱਖ ਕੋਲ ਹਥਿਆਰ ਹੁੰਦੇ ਸਨ। ਇਸ ਕਰਕੇ ਨਾ ਤਾਂ ਰਣਜੀਤ ਸਿੰਘ ਸਾਰੇ ਸਿੱਖਾਂ ਕੋਲੋਂ ਹਥਿਆਰ ਲੈ ਸਕਦਾ ਸੀ ਅਤੇ ਨਾ ਹੀ ਉਹਨਾਂ ਦੀ ਇੱਛਾਵਾਂ ਦੇ ਵਿਰੁੱਧ ਜਾ ਸਕਦਾ ਸੀ। ਵਾਸਤਵ ਦੇ ਵਿੱਚ ਉਸ ਵੇਲੇ ਸਾਰੀ ਜੋ ਸ਼ਕਤੀ ਸੀ ਉਹ ਸੈਨਾ ਦੇ ਕੋਲ ਵਿੱਚ ਸੀ, ਭਾਵ ਜਨ ਸਧਾਰਨ ਦੇ ਕੋਲ ਸੀ ਔਰ ਉਹਨਾਂ ਦੀਆਂ ਭਾਵਨਾ ਦੇ ਉਲਟ ਜਾਣ ਦਾ ਰਣਜੀਤ ਸਿੰਘ ਨੇ ਕਦੇ ਵੀ ਹੌਸਲਾ ਨਹੀਂ ਕੀਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਇਹ ਤਾਂ ਸੀ ਕਿ ਜੋ ਅਸੀਂ ਪਿੱਛੇ ਕੀਤਾ ਕਿ ਰਣਜੀਤ ਸਿੰਘ ਭਾਵੇਂ ਇੱਕ ਨਿਰਕੁੰਸ਼ ਸਮਰਾਟ ਸੀ, ਇੱਕ ਨਿਰਕੁੰਸ਼ ਬਾਦਸ਼ਾਹ ਸੀ, ਲੇਕਿਨ ਉਸ ਦੀਆਂ ਸ਼ਕਤੀਆਂ ਦੇ ਉੱਪਰ ਵੀ ਕਈ ਤਰ੍ਹਾਂ ਦੀਆਂ ਰੋਕਾਂ ਸਨ ਜਿਨ੍ਹਾਂ ਦੇ ਵਿੱਚ ਅਸੀਂ ਜਾਣਿਆ ਕਿ ਮੰਤਰੀ ਮੰਡਲ ਸੀ ਔਰ ਇਸ ਤੋਂ ਇਲਾਵਾ ਅਕਾਲੀ ਸਨ, ਪੰਥ ਦਾ ਵੀ ਪ੍ਰਭਾਵ ਸੀ, ਸਮਾਜਿਕ ਪਰੰਪਰਾਵਾਂ ਤੇ ਨਿਯਮ ਸਨ। ਇਸ ਤਰ੍ਹਾਂ ਲੋਕ ਕਲਿਆਣਕਾਰੀ ਕੰਮਾਂ ਦੇ ਵਿੱਚ ਰਣਜੀਤ ਸਿੰਘ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ, ਆਪਣੀਆਂ ਸ਼ਕਤੀਆਂ ਨੂੰ ਦੂਜਿਆਂ ਉੱਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਹੁਣ ਅਸੀਂ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ
ਪ੍ਰਬੰਧ ਦੇ ਬਾਰੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਹੈ ਕਿ ਕੇਂਦਰੀ ਰਾਜ ਪ੍ਰਬੰਧ ਅਸੀਂ ਕਰਦੇ ਹਾਂ ਕਿ ਸੈਂਟਰਲ ਐਡਮਿਨਿਸਟ੍ਰੇਸ਼ਨ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਤਰੀਕੇ ਨਾਲ ਚਲਾਇਆ ਸੀ, ਜਿਸ ਦੇ ਵਿੱਚ ਫਸਟ ਹੈ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਅਤੇ ਸ਼ਕਤੀਆਂ। ਮਹਾਰਾਜਾ ਰਣਜੀਤ ਸਿੰਘ, ਜਿਵੇਂ ਕਿ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ ਕਿ ਸਭ ਤੋਂ ਵੱਡੀ ਸ਼ਕਤੀ ਮਹਾਰਾਜਾ ਰਣਜੀਤ ਸਿੰਘ ਆਪ ਸੀ। ਉਹ ਆਪ ਹੀ ਇੱਕ ਖੁਦ ਮੁਖਤਿਆਰ ਬਾਦਸ਼ਾਹ ਸੀ, ਸਾਰੇ ਰਾਜ ਪ੍ਰਬੰਧ ਦਾ ਉਹ ਧੁਰਾ ਸੀ। ਉਸ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਉਹ ਇੱਕ ਕਾਨੂੰਨ ਬਣ ਜਾਂਦਾ ਸੀ। ਸਾਰੀਆਂ ਸੈਨਾਵਾਂ ਦਾ ਸਭ ਤੋਂ ਵੱਡਾ ਸੈਨਾਪਤੀ ਮਹਾਰਾਜਾ ਰਣਜੀਤ ਸਿੰਘ ਆਪ ਸੀ ਔਰ ਕੋਈ ਇਸੇ ਤਰ੍ਹਾਂ ਦੀ ਕੋਈ ਵਿਦੇਸ਼ੀ ਨੀਤੀ ਔਰ ਦੇਸ਼ ਦੇ ਅੰਦਰ ਦੀ ਨੀਤੀ ਦਾ ਸੰਚਾਲਕ ਵੀ ਉਹ ਖੁਦ ਹੁੰਦਾ ਸੀ। ਔਰ ਲੜਾਈ ਕਰਨੀ ਹੈ ਜਾਂ ਕਿਸੇ ਨਾਲ ਸੁਲਾਹ ਕਰਨੀ ਹੈ ਜਾਂ ਕਿਸੇ ਨੀਤੀ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਸੁਣਾਉਣਾ ਹੈ ਤਾਂ ਉਹ ਅਖੀਰਲੀ ਸ਼ਕਤੀ ਮਹਾਰਾਜਾ ਰਣਜੀਤ ਸਿੰਘ ਆਪ ਹੁੰਦਾ ਸੀ, ਜਿਸ ਨੇ ਉਹ ਫੈਸਲਾ ਲੈਣਾ ਹੁੰਦਾ ਸੀ। ਲੇਕਿਨ ਇਸ ਦੇ ਬਾਵਜੂਦ ਵੀ ਉਸਨੇ ਪ੍ਰਸ਼ਾਸਨ ਨੂੰ ਠੀਕ ਤਰ੍ਹਾਂ ਚਲਾਉਣ ਦੇ ਲਈ ਆਪਣੀ ਮਦਦ ਦੇ ਲਈ ਇੱਕ ਮੰਤਰੀ ਮੰਡਲ ਤਿਆਰ ਕੀਤਾ ਹੋਇਆ ਸੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਕਾਉਂਸਲ ਵੀ ਕਿਹਾ ਜਾਂਦਾ ਸੀ, ਕਾਉਂਸਲ ਆਫ ਮਿਨਿਸਟਰਸ, ਜਿਸ ਨੂੰ ਮੰਤਰੀ ਮੰਡਲ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਫਸਟ ਹੈ ਪ੍ਰਧਾਨ ਮੰਤਰੀ। ਰਣਜੀਤ ਸਿੰਘ ਦੇ ਮੰਤਰੀਆਂ ਵਿੱਚੋਂ ਸਭ ਤੋਂ ਵੱਡਾ ਅਹੁਦਾ ਪ੍ਰਧਾਨ ਮੰਤਰੀ ਦਾ ਹੁੰਦਾ ਸੀ। ਪ੍ਰਧਾਨ ਮੰਤਰੀ ਦੇ ਅਹੁਦੇ ਤੇ ਉਸ ਵੇਲੇ ਸਭ ਤੋਂ ਪ੍ਰਸਿੱਧ ਮੰਤਰੀਆਂ ਦੇ ਵਿੱਚ ਰਾਜਾ ਧਿਆਨ ਸਿੰਘ ਸੀ ਔਰ ਉਸ ਦੇ ਥਰੂ ਹੀ, ਉਸ ਦੇ ਵੱਲੋਂ ਹੀ ਮਹਾਰਾਜੇ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਅਪੀਲ ਹੁੰਦੀ ਸੀ। ਵਿਦੇਸ਼ੀ ਅਤੇ ਵਿੱਤੀ ਮਾਮਲਿਆਂ ਨੂੰ ਛੱਡ ਕੇ ਸਾਰੇ ਵਿਭਾਗਾਂ ਦਾ ਮੁਖੀ ਪ੍ਰਧਾਨ ਮੰਤਰੀ ਆਪ ਹੁੰਦਾ ਸੀ। ਉਹ ਆਪਣੀ ਅਦਾਲਤ ਵੀ ਲਾਉਂਦਾ ਸੀ ਔਰ ਮੁਕੱਦਮਿਆਂ ਦਾ ਫੈਸਲਾ ਵੀ ਕਰਦਾ ਸੀ। ਇਸ ਤਰ੍ਹਾਂ ਮੰਤਰੀ ਮੰਡਲ ਦੇ ਵਿੱਚ ਸੈਕਿੰਡ ਡੈਜ਼ਿਗਨੇਸ਼ਨ ਹੈ ਵਿਦੇਸ਼ ਮੰਤਰੀ। ਵਿਦੇਸ਼ ਮੰਤਰੀ ਦੀ ਵੀ ਇੱਕ ਮਹੱਤਵਪੂਰਨ ਅਹੁਦਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਵਿਦੇਸ਼ ਮੰਤਰੀ ਦੀ ਨਿਯੁਕਤੀ ਵੀ ਖੁਦ ਕਰਦੇ ਸੀ ਔਰ ਵਿਦੇਸ਼ ਮੰਤਰੀ ਦੀ ਸਲਾਹ ਦੇ ਉੱਤੇ ਹੀ ਕਿਸੇ ਪੜੋਸੀ ਮੁਲਕ, ਕਿਸੇ ਗੁਆਂਢੀ ਮੁਲਕ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸੰਧੀ ਕਰਨੀ ਹੁੰਦੀ ਸੀ ਉਹ ਜਾਂ ਯੁੱਧ ਕਰਨਾ ਹੁੰਦਾ ਸੀ ਤਾਂ ਉਸ ਦਾ ਫੈਸਲਾ ਉਹ ਵਿਦੇਸ਼ ਮੰਤਰੀ ਦੀ ਸਲਾਹ ਤੇ ਹੀ ਲਿਆ ਜਾਂਦਾ ਸੀ। ਥਰਡ ਪੁਆਇੰਟ ਹੈ ਯੁੱਧ ਜਾਂ ਰੱਖਿਆ ਮੰਤਰੀ। ਯੁੱਧ ਦਾ ਰੱਖਿਆ ਮੰਤਰੀ ਇਹ ਵੀ ਇੱਕ ਚੰਗਾ ਮਹੱਤਵਪੂਰਨ ਅਹੁਦਾ ਸੀ ਔਰ ਮੁੱਖ ਸੈਨਾਪਤੀ ਹੁੰਦਾ ਸੀ। ਇਹ ਲੜਾਈ ਵਿੱਚ ਉਹ ਸੈਨਾ ਦੀ ਅਗਵਾਈ ਵੀ ਕਰਦਾ ਸੀ ਔਰ ਰੱਖਿਆ ਮੰਤਰੀ, ਯੁੱਧ ਮੰਤਰੀ ਅਤੇ ਮੁੱਖ ਸੈਨਾਪਤੀ ਇਹ ਇੱਕੋ ਹੀ ਅਹੁਦੇ, ਮਤਲਬ ਇੱਕੋ ਤਰ੍ਹਾਂ ਦੇ ਅਹੁਦੇ ਹੁੰਦੇ ਸਨ ਜੋ ਇੱਕ ਹੀ ਵਿਅਕਤੀ ਦੇ ਕੋਲ ਹੁੰਦੇ ਸਨ ਔਰ ਸੈਨਾ ਵਿੱਚ ਭਰਤੀ ਅਤੇ ਅਨੁਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਉਹ ਇਸ ਮੰਤਰੀ ਤੇ ਉੱਤੇ ਹੁੰਦੀ ਸੀ। ਔਰ ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ ਅਤੇ ਸਰਦਾਰ ਹਰੀ ਸਿੰਘ ਨਲੂਆ ਉਹ ਉਸ ਸਮੇਂ ਦੇ ਮਹੱਤਵਪੂਰਨ ਯੁੱਧ ਮੰਤਰੀ ਜਾਂ ਰੱਖਿਆ ਮੰਤਰੀ ਸਨ। ਉਸ ਤੋਂ ਬਾਅਦ ਫੋਰਥ ਪੁਆਇੰਟ ਹੈ ਵਿੱਤ ਮੰਤਰੀ। ਵਿੱਤ ਮੰਤਰੀ ਵੀ ਇੱਕ ਮਹੱਤਵਪੂਰਨ ਅਹੁਦਾ ਸੀ ਕਿ ਸਾਰੇ ਜੋ ਕਿ ਵਿੱਤ ਨਾਲ ਸੰਬੰਧਿਤ ਹੁੰਦੇ ਸਨ ਉਹ ਸਾਰੇ ਫੈਸਲੇ ਉਹ ਵਿੱਤ ਮੰਤਰੀ ਲੈਂਦਾ ਸੀ, ਜਿਸ ਦਾ ਮੁੱਖ ਕੰਮ ਰਾਜ ਦੀ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਸੀ। ਉਸ ਸਮੇਂ ਦੀਵਾਨ ਦੀਨਾਨਾਥ ਅਤੇ ਦੀਵਾਨ ਭਵਾਨੀ ਦਾਸ ਉਹ ਪ੍ਰਸਿੱਧ ਵਿੱਤ ਮੰਤਰੀ ਰਹੇ ਸਨ। ਉਸ ਤੋਂ ਬਾਅਦ ਨੈਕਸਟ ਹੈ ਸਦਰ ਡਿਓੜੀ ਜਾਂ ਡਿਓੜੀ ਵਾਲਾ। ਇਹ ਬਹੁਤ ਹੀ ਮਹੱਤਵਪੂਰਨ ਅਹੁਦਾ ਹੁੰਦਾ ਸੀ ਕਿਉਂਕਿ ਇਸ ਦਾ ਸਿੱਧਾ ਸੰਬੰਧ ਸ਼ਾਹੀ ਘਰਾਣੇ ਦੇ ਨਾਲ ਹੁੰਦਾ ਸੀ ਇਸ ਅਹੁਦੇ ਦਾ ਔਰ ਮਹਾਰਾਜਾ ਰਣਜੀਤ ਸਿੰਘ ਆਪਣੇ ਬਹੁਤ ਹੀ ਵਿਸ਼ਵਾਸ ਪਾਤਰ ਵਿਅਕਤੀ ਨੂੰ ਉਹ ਇਸ ਅਹੁਦੇ ਤੇ ਲਗਾਉਂਦੇ ਸਨ ਕਿਉਂਕਿ ਇਸ ਅਹੁਦੇ ਤੇ ਬਿਰਾਜਮਾਨ ਵਿਅਕਤੀ ਦੀ ਆਗਿਆ ਤੋਂ ਬਿਨਾਂ ਕੋਈ ਵੀ ਵਿਅਕਤੀ ਉਹ ਸ਼ਾਹੀ ਘਰਾਣੇ ਦੇ ਕਿਸੇ ਵੀ ਮੈਂਬਰ ਦੇ ਨਾਲ ਨਹੀਂ ਮਿਲ ਸਕਦਾ ਹੁੰਦਾ ਸੀ। ਇਸ ਕਰਕੇ ਇਹ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਨੂੰ ਇਹ ਅਹੁਦਾ ਸੌਂਪਿਆ ਜਾਂਦਾ ਸੀ ਔਰ ਉਸ ਵੇਲੇ ਸ਼ੁਰੂ ਵਿੱਚ ਕਾਫੀ ਦੇਰ ਤੱਕ ਰਾਜਾ ਧਿਆਨ ਸਿੰਘ ਇਸ ਅਹੁਦੇ ਤੇ ਬਿਰਾਜਮਾਨ ਰਹੇ, ਲੇਕਿਨ ਬਾਅਦ ਦੇ ਵਿੱਚ ਜਮਾਦਾਰ ਖੁਸ਼ਹਾਲ ਸਿੰਘ ਨੂੰ ਡਿਓੜੀ ਵਾਲੇ ਦੇ ਅਹੁਦੇ ਤੇ ਲਗਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕੇਂਦਰੀ ਸ਼ਾਸਨ ਦੇ ਵਿਭਾਗ। ਪ੍ਰਬੰਧ ਦੀ ਸੌਖ ਦੇ ਲਈ ਰਣਜੀਤ ਸਿੰਘ ਨੇ ਕੇਂਦਰੀ ਪ੍ਰਬੰਧ ਨੂੰ ਕੁਝ ਵਿਭਾਗਾਂ ਦੇ ਵਿੱਚ ਉਸ ਵੇਲੇ ਵੰਡਿਆ ਹੋਇਆ ਸੀ ਕਿ ਸੀਤਾਰਾਮ ਕੋਹਲੀ ਦੇ ਅਨੁਸਾਰ ਬਾਕਾਇਦਾ ਸਰਕਾਰੀ ਦਫ਼ਤਰ 1809 ਈਸਵੀ ਨੂੰ ਦੀਵਾਨ ਭਵਾਨੀ ਦਾਸ ਦੇ ਆਉਣ ਨਾਲ ਸਥਾਪਿਤ ਹੋਏ ਔਰ ਇਸ ਤਰ੍ਹਾਂ ਉਸ ਵੇਲੇ ਦੀਵਾਨ ਭਵਾਨੀ ਦਾਸ ਨੇ ਕੁੱਲ 12 ਮਹਿਕਮੇ ਸਥਾਪਿਤ ਕੀਤੇ ਸਨ, ਪਰ ਉਹਨਾਂ ਦੇ ਵਿੱਚੋਂ 7 ਬਹੁਤ ਹੀ ਪ੍ਰਸਿੱਧ ਸਨ, ਜਿਨ੍ਹਾਂ ਦੇ ਵਿੱਚੋਂ ਫਸਟ ਹੈ ਦਫ਼ਤਰੇ ਅਬਵਾਬ ਉਲ ਮਾਲ। ਇਸ ਦਫ਼ਤਰੇ ਅਬਵਾਬ ਉਲ ਮਾਲ ਦੇ ਵਿੱਚ ਭਾਵ ਕਿ ਇਸ ਦਫ਼ਤਰ ਦੇ ਵਿੱਚ ਰਾਜ ਦੀ ਸਮੁੱਚੀ ਆਮਦਨ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਸੈਕਿੰਡ ਹੈ ਦਫ਼ਤਰੇ ਤੋਜ਼ਿਹਾਤ। ਦਫ਼ਤਰੇ ਤੋਜ਼ਿਹਾਤ ਦੇ ਵਿੱਚ ਸ਼ਾਹੀ ਘਰਾਣੇ ਦੇ ਉੱਪਰ ਜਿੰਨਾ ਖਰਚ ਹੁੰਦਾ ਸੀ ਉਸ ਦਾ ਸਾਰਾ ਹਿਸਾਬ ਕਿਤਾਬ ਇਸ ਦਫ਼ਤਰ ਦੇ ਵਿੱਚ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਥਰਡ ਪੁਆਇੰਟ ਹੈ ਦਫ਼ਤਰੇ ਰੋਜ਼ਾਨਾ ਮਚਾ ਇਖਰਾਜਾਤ।
ਦਫ਼ਤਰ ਇਹ ਰੋਜ਼ਾਨਾ ਮਚਾ ਇਖਰਾਜਾਤ ਤੋਂ ਕੀ ਭਾਵ ਹੈ ਕਿ ਰੋਜ਼ਾਨਾ ਹੋਣ ਵਾਲਾ ਜਿੰਨਾ ਵੀ ਖਰਚਾ ਹੁੰਦਾ ਸੀ ਉਸ ਦਾ ਹਿਸਾਬ ਕਿਤਾਬ ਇਸ ਦਫ਼ਤਰ ਦੇ ਵਿੱਚ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਨੈਕਸਟ ਹੈ ਦਫ਼ਤਰ-ਏ ਮੁਆਜ਼ਬ। ਦਫ਼ਤਰ-ਏ ਮੁਆਜ਼ਬ ਦੇ ਵਿੱਚ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਅਤੇ ਗੈਰ ਸਰਕਾਰੀ ਕਰਮਚਾਰੀਆਂ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਸੀ ਉਸ ਦਾ ਸਾਰਾ ਹਿਸਾਬ ਕਿਤਾਬ ਦਫ਼ਤਰ-ਏ ਮੁਆਜ਼ਬ ਦੇ ਵਿੱਚ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਫਿਫਥ ਹੈ ਦਫ਼ਤਰ-ਏ ਜ਼ਖੀਰਾ ਜ਼ਾਤ। ਜ਼ਖੀਰਾ ਜ਼ਾਤ, ਦਫ਼ਤਰ-ਏ ਜ਼ਖੀਰਾ ਜ਼ਾਤ ਦਾ ਕੀ ਭਾਵ ਹੈ ਕਿ ਉਸ ਵੇਲੇ ਕਿਲਿਆਂ ਦੇ ਵਿੱਚ ਰੱਖੇ ਗਏ ਸਾਰੇ ਸਮਾਨ ਦਾ ਹਿਸਾਬ ਕਿਤਾਬ ਇਸ ਦਫ਼ਤਰ ਦੇ ਵਿੱਚ ਰੱਖਿਆ ਜਾਂਦਾ ਸੀ। ਕਿਲਿਆਂ, ਘੋੜਿਆਂ ਅਤੇ ਹਾਥੀਆਂ ਦੇ ਜਿੰਨੇ ਵੀ ਖਰਚੇ ਹੁੰਦੇ ਸੀ ਉਹ ਸਾਰੇ ਇਸ ਦਫ਼ਤਰ ਦੇ ਵਿੱਚ ਉਹਨਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ, ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਹਨਾਂ ਦੇ ਸੰਬੰਧ ਵਿੱਚ ਜਾਣਕਾਰੀ ਹੋਣ ਕਰਕੇ ਇਸ ਦਫ਼ਤਰ ਦੀਆਂ ਕਈ ਸ਼ਾਖਾਵਾਂ ਅੱਗੇ ਵੰਡੀਆਂ ਹੁੰਦੀਆਂ ਸਨ। ਨੈਕਸਟ ਹੈ ਦਫ਼ਤਰ-ਏ ਅਬਵਾਬ ਉਲ ਤਹਿਵੀਲ। ਦਫ਼ਤਰ-ਏ ਅਬਵਾਬ ਉਲ ਤਹਿਵੀਲ ਤੋਂ ਕੀ ਭਾਵ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਜ਼ਿਲ੍ਹਿਆਂ, ਤਹਿਸੀਲਾਂ ਤੇ ਪਰਗਨਿਆਂ ਵਿੱਚ ਸਰਕਾਰੀ ਖਜ਼ਾਨਾ ਰੱਖਣ ਦਾ ਰਿਵਾਜ ਸੀ ਔਰ ਉਸ ਵੇਲੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਕਾਰੀ ਖਜ਼ਾਨਾ ਰੱਖਿਆ ਜਾਂਦਾ ਸੀ ਜਿਨ੍ਹਾਂ ਨੂੰ ਲੋੜ ਪੈਣ ਤੇ ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਸੀ ਔਰ ਉਸ ਦਾ ਹਿਸਾਬ ਕਿਤਾਬ ਤਹਿਸੀਲਦਾਰਾਂ ਰਾਹੀਂ ਖਰਚੇ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ 7 ਪੁਆਇੰਟ ਹੈ ਦਫ਼ਤਰ-ਏ ਮਦਦ ਖਰਚ। ਇਸ ਦਫ਼ਤਰ ਦੇ ਵਿੱਚ ਜੋ ਪੈਨਸ਼ਨਾਂ, ਭੱਤਿਆਂ ਤੇ ਦਾਨਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਨੈਕਸਟ ਹੈ ਦਫ਼ਤਰ-ਏ ਤੋਸ਼ਾਖਾਨਾ। ਸਟੋਰ ਨੂੰ ਤੋਸ਼ਾਖਾਨਾ ਕਿਹਾ ਜਾਂਦਾ ਸੀ ਔਰ ਉਸ ਸਮੇਂ ਦੋ ਤਰ੍ਹਾਂ ਦੇ ਸਟੋਰ ਹੁੰਦੇ ਸਨ, ਤੋਸ਼ਾਖਾਨਾ ਖਾਸ ਅਤੇ ਤੋਸ਼ਾਖਾਨਾ ਬਹਿਲਾ। ਤੋਸ਼ਾਖਾਨਾ ਖਾਸ ਦੇ ਵਿੱਚ ਬਹੁਮੂਲੀਆਂ ਸੋਨੇ, ਚਾਂਦੀ, ਹੀਰੇ, ਜਵਾਹਰਾਤ ਉਹ ਰੱਖੇ ਜਾਂਦੇ ਸੀ ਔਰ ਤੋਸ਼ਾਖਾਨਾ ਬਹਿਲਾ ਦੇ ਵਿੱਚ ਸਧਾਰਨ ਚੀਜ਼ਾਂ ਉਹ ਰੱਖੀਆਂ ਜਾਂਦੀਆਂ ਸਨ ਉਸ ਵੇਲੇ। ਇਹ ਤਾਂ ਸਨ ਉਸ ਵੇਲੇ ਦੇ ਦਫ਼ਤਰ। ਇਸ ਤੋਂ ਨੈਕਸਟ ਹੈ ਪ੍ਰਾਂਤਕ ਅਤੇ ਸੈਨਿਕ ਪ੍ਰਾਂਤਕ ਅਤੇ ਸਥਾਨਿਕ ਪ੍ਰਬੰਧ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੂਰੇ ਰਾਜ ਨੂੰ ਅੱਗੇ 4 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਉਹਨਾਂ ਨੂੰ ਉਸ ਵੇਲੇ ਸੂਬਾ ਕਿਹਾ ਜਾਂਦਾ ਸੀ। ਉਹ 4 ਪ੍ਰਾਂਤ ਸਨ, ਸੂਬਾ-ਏ ਲਾਹੌਰ, ਸੂਬਾ-ਏ ਕਸ਼ਮੀਰ, ਸੂਬਾ-ਏ ਮੁਲਤਾਨ ਅਤੇ ਸੂਬਾ-ਏ ਪੇਸ਼ਾਵਰ। ਔਰ ਪੂਰੇ ਇਹਨਾਂ 4 ਸੂਬਿਆਂ ਨੂੰ ਅੱਗੇ ਅਲੱਗ-ਅਲੱਗ ਜਿਵੇਂ ਕਿ ਇੱਕ ਗਵਰਨਰ ਹੁੰਦਾ ਸੀ, ਹਰ ਸੂਬੇ ਦੇ ਵਿੱਚ ਗਵਰਨਰ ਦੇ ਅਧੀਨ ਇਹ ਸਾਰੇ ਪ੍ਰਾਂਤ ਹੁੰਦੇ ਸਨ ਜਿਨ੍ਹਾਂ ਦੇ ਬਾਰੇ ਅਸੀਂ ਅੱਗੇ ਕਰਾਂਗੇ। ਇਸ ਦੇ ਵਿੱਚ ਨੈਕਸਟ ਹੈ ਨਾਜ਼ਿਮ ਜਾਂ ਗਵਰਨਰ ਅਤੇ ਉਸ ਦਾ ਕਰਤੱਵ ਕੀ ਹੁੰਦਾ ਸੀ। ਜਿਵੇਂ ਕਿ ਪਿਛਲੀ ਸਲਾਈਡ ਦੇ ਵਿੱਚ ਅਸੀਂ ਦੇਖਿਆ ਸੀ ਕਿ ਉਸ ਵੇਲੇ ਪ੍ਰਾਂਤਾਂ ਨੂੰ ਪੂਰੇ ਜੋ ਉਹਨਾਂ ਦਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਸ ਨੂੰ 4 ਸੂਬਿਆਂ ਦੇ ਵਿੱਚ ਵੰਡਿਆ ਗਿਆ ਸੀ, ਸੂਬਾ-ਏ ਲਾਹੌਰ, ਸੂਬਾ-ਏ ਕਸ਼ਮੀਰ, ਸੂਬਾ-ਏ ਪੇਸ਼ਾਵਰ ਅਤੇ ਸੂਬਾ-ਏ ਮੁਲਤਾਨ। ਔਰ ਉਹਨਾਂ ਦੇ ਵਿੱਚ ਸਭ ਤੋਂ ਉੱਚ ਅਧਿਕਾਰੀ ਉਸ ਨੂੰ ਨਾਜ਼ਿਮ ਕਿਹਾ ਜਾਂਦਾ ਸੀ ਔਰ ਉਸ ਨਾਜ਼ਿਮ ਨੂੰ ਗਵਰਨਰ ਵੀ ਕਿਹਾ ਜਾਂਦਾ ਸੀ। ਉਹ ਪੂਰੇ ਪ੍ਰਾਂਤ ਦਾ ਮੁਖੀ ਹੁੰਦਾ ਸੀ ਔਰ ਉਸ ਦੀ ਨਿਯੁਕਤੀ ਵੀ ਮਹਾਰਾਜਾ ਰਣਜੀਤ ਸਿੰਘ ਆਪ ਕਰਦਾ ਸੀ। ਉਸ ਦੇ ਕਈ ਕੰਮ ਹੁੰਦੇ ਸਨ। ਇੱਕ ਤਾਂ ਕਾਰਦਾਰਾਂ ਦੇ ਕੰਮਾਂ ਦੀ ਨਿਗਰਾਨੀ ਰੱਖਦਾ ਸੀ ਉਹ, ਔਰ ਦੂਸਰਾ ਉਹ ਅਲੱਗ-ਅਲੱਗ ਜਗ੍ਹਾ ਤੇ ਦੌਰੇ ਕਰਦਾ ਸੀ ਔਰ ਪਤਾ ਰੱਖਦਾ ਸੀ ਕਿ ਉਹ ਉਸ ਵੇਲੇ ਉਸ ਲੋਕਾਂ ਦੇ ਵਿੱਚ ਸ਼ਾਂਤੀ ਹੈ ਜਾਂ ਨਹੀਂ ਹੈ। ਇਸੇ ਤਰ੍ਹਾਂ ਇਹ ਵੀ ਉਹ ਸ਼ਾਂਤੀ ਦੀ ਵਿਵਸਥਾ ਨੂੰ ਵੀ ਕਾਇਮ ਰੱਖਣ ਦੇ ਵਿੱਚ ਉਹ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਦਾ ਸੀ। ਇਸ ਤੋਂ ਇਲਾਵਾ ਉਹ ਅਦਾਲਤਾਂ ਵੀ ਲਗਾਉਂਦਾ ਸੀ ਔਰ ਕੁਝ ਫੈਸਲੇ ਵੀ ਕਰਦਾ ਸੀ ਔਰ ਨਾਲ ਹੀ ਉਹ ਨਾਜ਼ਿਮ ਛੋਟੀਆਂ-ਛੋਟੀਆਂ ਮੁਹਿੰਮਾਂ ਦੀ ਅਗਵਾਈ ਵੀ ਕਰਦਾ ਸੀ। ਇਸ ਤਰ੍ਹਾਂ ਸੈਕਿੰਡ ਹੈ ਪੁਆਇੰਟ ਪਰਗਨੇ ਜਾਂ ਜ਼ਿਲ੍ਹੇ। ਅੱਗੇ ਜਿਵੇਂ ਕਿ ਪਹਿਲਾਂ ਅਸੀਂ ਦੱਸਿਆ ਕਿ ਪਹਿਲਾਂ ਜੋ ਜਾਣਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੂਰੇ ਰਾਜ ਨੂੰ 4 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਬਾਅਦ ਦੇ ਵਿੱਚ ਅੱਗੇ ਉਹਨਾਂ ਨੂੰ ਉਸ ਸੂਬੇ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ। ਔਰ ਪਰਗਨੇ ਨੂੰ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਜਿਵੇਂ ਅੱਜ ਕੱਲ੍ਹ ਅਸੀਂ ਪ੍ਰਾਂਤ ਤੋਂ ਅੱਗੇ ਜ਼ਿਲ੍ਹੇ ਆਉਂਦੇ ਹਨ, ਇਸੇ ਤਰ੍ਹਾਂ ਉਸ ਵੇਲੇ ਪਰਗਨੇ ਕਿਹਾ ਜਾਂਦਾ ਸੀ। ਔਰ ਪਰਗਨੇ ਦਾ ਸਭ ਤੋਂ ਜੋ ਵੱਡਾ ਅਧਿਕਾਰੀ ਹੁੰਦਾ ਸੀ ਉਸ ਨੂੰ ਕਾਰਦਾਰ ਕਿਹਾ ਜਾਂਦਾ ਸੀ। ਕਾਰਦਾਰ ਭਾਵ ਜਿਵੇਂ ਅੱਜ ਦੀ ਡੇਟ ਦੇ ਵਿੱਚ ਅਸੀਂ ਜ਼ਿਲ੍ਹੇ ਦੇ ਮੁਖੀ ਨੂੰ ਡਿਪਟੀ ਕਮਿਸ਼ਨਰ ਕਹਿੰਦੇ ਹਾਂ, ਉਸ ਤਰ੍ਹਾਂ ਪਰਗਨੇ ਦੇ ਮੁਖੀ ਨੂੰ ਕਾਰਦਾਰ ਕਿਹਾ ਜਾਂਦਾ ਸੀ। ਔਰ ਅੱਗੇ ਪਰਗਨੇ ਦੇ ਵਿੱਚ ਕਈ ਪਿੰਡ ਹੁੰਦੇ ਸਨ ਔਰ ਉਹ ਇਸੇ ਤਰ੍ਹਾਂ ਕਾਰਦਾਰ ਮੁੱਖ ਤੌਰ 'ਤੇ ਹਰ ਕੰਮ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦਾ ਸੀ। ਉਹ ਲਗਾਨ ਇਕੱਠਾ ਕਰਨ ਔਰ ਲਗਾਨ ਨਿਸ਼ਚਿਤ ਕਰਨ ਦੇ ਵਿੱਚ ਆਮਦਨ ਦਾ ਖਰਚ ਦਾ ਹਿਸਾਬ ਕਿਤਾਬ ਵੀ ਰੱਖਦਾ ਸੀ ਕਾਰਦਾਰ।
ਤਾਲੂਕਿਆਂ ਤੇ ਪਰਗਨਿਆਂ ਦਾ ਮੁੱਖ ਨਿਆਂਧੀਸ਼ ਵੀ ਹੁੰਦਾ ਸੀ। ਇਸੇ ਤਰ੍ਹਾਂ ਉਹ ਅਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਵਿੱਚ ਵੀ ਕਾਰਗਰ ਸਹਾਇਤਾ ਕਰਦਾ ਸੀ। ਨੈਕਸਟ ਹੈ ਪਿੰਡ। ਪਿੰਡ ਨੂੰ ਉਸ ਵੇਲੇ ਮੌਜਾ ਕਿਹਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਉਸ ਵੇਲੇ ਹਰ ਜ਼ਿਲ੍ਹੇ ਦੇ ਵਿੱਚ, ਭਾਵ ਹਰ ਪਰਗਨੇ ਦੇ ਵਿੱਚ 50 ਤੋਂ 100 ਦੀ ਸੰਖਿਆ ਦੇ ਵਿੱਚ ਪਿੰਡ ਹੁੰਦੇ ਸੀ। ਪਿੰਡ ਦਾ ਪ੍ਰਬੰਧ ਨੰਬਰਦਾਰ, ਚੌਕੀਦਾਰ ਅਤੇ ਪੰਚਾਇਤਾਂ ਉਹ ਕਰਦੇ ਸਨ, ਔਰ ਪਿੰਡ ਦਾ ਆਦਮੀ ਪੰਚਾਇਤ ਅੱਗੇ ਝੂਠ ਬੋਲਣ ਦਾ ਹੌਸਲਾ ਨਹੀਂ ਕਰਦਾ ਸੀ, ਕਿਉਂਕਿ ਪੰਚਾਇਤ ਨੂੰ ਬਹੁਤ ਹੀ ਸਨਮਾਨ ਔਰ ਬਹੁਤ ਹੀ ਸਤਿਕਾਰ ਮਿਲਦਾ ਸੀ ਲੋਕਾਂ ਦੇ ਵੱਲੋਂ। ਇਸ ਕਰਕੇ ਆਮ ਤੌਰ 'ਤੇ ਪੰਚਾਇਤਾਂ ਦਾ ਫੈਸਲਾ ਲੋਕ ਬਹੁਤ ਹੀ ਸਨਮਾਨਪੂਰਵਕ ਉਹ ਸਵੀਕਾਰ ਕਰ ਲੈਂਦੇ ਸਨ। ਨੈਕਸਟ 4th ਪੁਆਇੰਟ ਹੈ ਲਾਹੌਰ ਸ਼ਹਿਰ ਦਾ ਪ੍ਰਬੰਧ। ਲਾਹੌਰ ਸ਼ਹਿਰ ਦਾ ਪ੍ਰਬੰਧ ਉਹ ਬਾਕੀ ਸ਼ਾਸਨ ਪ੍ਰਬੰਧ ਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਸੀ। ਇਕੱਲੇ ਲਾਹੌਰ ਦਾ ਪ੍ਰਬੰਧ ਉਹ ਇੱਕ ਕੋਤਵਾਲ ਦੇ ਅਧੀਨ ਹੁੰਦਾ ਸੀ, ਔਰ ਲਾਹੌਰ ਨੂੰ, ਸ਼ਹਿਰ ਨੂੰ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਵੰਡਿਆ ਹੋਇਆ ਸੀ, ਔਰ ਹਰ ਮੁਹੱਲੇ ਦਾ ਇੱਕ ਅਧਿਕਾਰੀ ਬਣਾਇਆ ਹੁੰਦਾ ਸੀ ਜਿਸ ਨੂੰ ਮੁਹੱਲੇਦਾਰ ਕਿਹਾ ਜਾਂਦਾ ਸੀ, ਔਰ ਓਵਰਆਲ ਜੋ ਇੰਚਾਰਜ ਹੁੰਦਾ ਸੀ ਉਹ ਲਾਹੌਰ ਦਾ, ਉਸ ਨੂੰ ਕੋਤਵਾਲ ਕਿਹਾ ਜਾਂਦਾ ਸੀ। ਬਹੁਤ ਦੇਰ ਤੱਕ ਲਾਹੌਰ ਦਾ ਕੋਤਵਾਲ ਇਮਾਮ ਬਖਸ਼ ਉਹ ਨਿਯੁਕਤ ਕੀਤਾ ਗਿਆ ਸੀ, ਉਹ ਜਿਸ ਨੇ ਕਈ ਸਾਲਾਂ ਤੱਕ ਅਹੁਦਾ ਨਿਭਾਇਆ ਸੀ। ਇਸ ਅਹੁਦੇ ਤੇ ਉਹ ਬੈਠੇ ਸਨ, ਔਰ ਆਮ ਤੌਰ ਤੇ ਇੱਕ ਮੁਸਲਮਾਨ ਨੂੰ ਹੀ ਇਸ ਕੋਤਵਾਲ ਦੇ ਅਹੁਦੇ ਤੇ ਬਿਰਾਜਮਾਨ ਕੀਤਾ ਜਾਂਦਾ ਸੀ, ਔਰ ਉਸ ਦਾ ਕੰਮ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣਾ, ਦੋਸ਼ਾਂ ਨੂੰ ਰੋਕਣਾ, ਔਰ ਇਸੇ ਤਰ੍ਹਾਂ ਦੁਰਾਚਾਰੀਆਂ ਦਾ ਰਿਕਾਰਡ ਰੱਖਣਾ, ਵਿਦੇਸ਼ੀਆਂ ਵਪਾਰੀਆਂ ਤੇ ਦੁਕਾਨਦਾਰਾਂ ਉੱਤੇ ਵੀ ਕਰੜੀ ਨਜ਼ਰ ਰੱਖਣਾ ਹੁੰਦਾ ਸੀ। ਨੈਕਸਟ ਹੈ ਸਮਾਜਿਕ ਪ੍ਰਸ਼ਾਸਨ ਦੀ ਸਫਲਤਾ ਦੇ ਕਾਰਨ। ਸਮਾਜਿਕ ਪ੍ਰਸ਼ਾਸਨ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਉਸ ਵੇਲੇ ਕਿਹੜੇ ਕਾਰਨ ਸਨ? ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਖੁਦ ਉਹ ਸਮੇਂ-ਸਮੇਂ 'ਤੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਦੌਰਾ ਕਰਿਆ ਕਰਦੇ ਸਨ, ਔਰ ਉਹਨਾਂ ਨੂੰ ਸਮਾਜਿਕ ਤੌਰ 'ਤੇ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਸੀ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ। ਇਸ ਤਰ੍ਹਾਂ ਪ੍ਰਾਂਤਾਂ ਤੇ ਪਰਗਨਾਂ ਦੀ ਆਮਦਨ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ, ਤਾਂ ਕਿ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਾ ਦੇ ਸਕੇ। ਇਸ ਤਰ੍ਹਾਂ ਜਦੋਂ ਕੋਈ ਪਤਾ ਲੱਗ ਜਾਂਦਾ ਸੀ ਕਿਸੇ ਭ੍ਰਿਸ਼ਟ ਅਧਿਕਾਰੀ ਦਾ, ਜਾਂ ਕਿਸੇ ਕੋਈ ਜੇ ਮੰਨ ਲਓ ਕੋਈ ਰਿਸ਼ਵਤ ਲੈ ਰਿਹਾ ਹੈ, ਤਾਂ ਉਸ ਨੂੰ ਸਜ਼ਾ ਜ਼ਰੂਰ ਸੁਣਾਈ ਜਾਂਦੀ ਸੀ, ਉਸ ਨੂੰ ਭਾਰੀ ਜੁਰਮਾਨਾ ਵੀ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਮਹਾਰਾਜਾ ਆਮ ਤੌਰ 'ਤੇ ਕਾਰਦਾਰਾਂ ਦੀਆਂ ਤਬਦੀਲੀਆਂ ਕਰਦੇ ਰਹਿੰਦੇ ਸਨ ਤਾਂ ਜੋ ਭ੍ਰਿਸ਼ਟ ਨਾ ਬਣ ਸਕਣ, ਔਰ ਨਾਲ ਹੀ ਰਾਜ ਦਾ ਕੋਈ ਵੀ ਵਿਅਕਤੀ ਉਹ ਸਮਰਾਟ ਨੂੰ ਕਿਸੇ ਵੀ ਵੇਲੇ ਆਪਣੀ ਸਮੱਸਿਆਵਾਂ ਦੇ ਬਾਰੇ ਉਹ ਜਾਣਕਾਰੀ ਦੇ ਸਕਦਾ ਸੀ, ਔਰ ਨਾਜ਼ਿਮਾਂ ਭਾਵ ਗਵਰਨਰਾਂ ਅਤੇ ਕਾਰਦਾਰਾਂ ਨੂੰ ਸਮੇਂ-ਸਮੇਂ 'ਤੇ ਆਪਣੇ ਰਾਜ ਪ੍ਰਬੰਧ ਬਾਰੇ ਪੂਰੇ ਵਿਸਥਾਰ ਦੇ ਨਾਲ ਰਿਪੋਰਟ ਭੇਜਣੀ ਪੈਂਦੀ ਸੀ, ਜਿਸ ਦੀ ਪੂਰੀ ਤਰ੍ਹਾਂ ਪੜਤਾਲ ਹੁੰਦੀ ਸੀ। ਇਸ ਤਰ੍ਹਾਂ ਅਸੀਂ ਜਾਣਿਆ ਕਿ ਉਸ ਵੇਲੇ ਰਣਜੀਤ ਸਿੰਘ ਦਾ ਸਮਾਜਿਕ ਪ੍ਰਬੰਧ ਉਹ ਬਹੁਤ ਹੀ ਸਫਲ ਰਿਹਾ ਸੀ। ਇਹ ਤਾਂ ਸੀ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ, ਉਸ ਦਾ ਪੂਰੇ ਪ੍ਰਾਂਤਾਂ ਦਾ ਔਰ ਜ਼ਿਲ੍ਹਿਆਂ ਦਾ, ਪਿੰਡਾਂ ਦਾ, ਲਾਹੌਰ ਸ਼ਹਿਰ ਦਾ ਪ੍ਰਬੰਧ। ਅਤੇ 5th ਪੁਆਇੰਟ 'ਚ ਅਸੀਂ ਜਾਣਿਆ ਕਿ ਪੂਰੇ ਸਮਾਜਿਕ ਪ੍ਰਸ਼ਾਸਨ ਦੀ ਸਫਲਤਾ ਦੇ ਪਿੱਛੇ ਕੀ ਕਾਰਨ ਸਨ। ਤਾਂ ਨੈਕਸਟ ਅਸੀਂ ਕਰਦੇ ਹਾਂ ਰਣਜੀਤ ਸਿੰਘ ਦੇ ਆਰਥਿਕ ਪ੍ਰਬੰਧ ਦੇ ਬਾਰੇ। ਰਣਜੀਤ ਸਿੰਘ ਦੇ ਆਰਥਿਕ ਪ੍ਰਬੰਧ ਭਾਵ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਆਫ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਵਿੱਚ ਅਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਇਹ ਜਾਣ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਵਿੱਤੀ ਪ੍ਰਬੰਧ ਬਹੁਤ ਹੀ ਸਰਲ ਸੀ, ਔਰ ਅੱਜ ਕੱਲ੍ਹ ਦੀ ਤਰ੍ਹਾਂ ਉਸ ਵੇਲੇ ਸਰਕਾਰੀ ਬਜਟ ਤਿਆਰ ਨਹੀਂ ਕੀਤੇ ਜਾਂਦੇ ਸਨ। ਆਮਦਨ ਦੇ ਵਧਣ ਅਤੇ ਘਟਣ ਦੇ ਨਾਲ ਹੀ ਖਰਚਾ ਅਤੇ ਸਰਕਾਰੀ ਖਰਚੇ ਜੋ ਹੁੰਦੇ ਸਨ ਉਹ ਘਟਦੇ ਵੱਧਦੇ ਰਹਿੰਦੇ ਸਨ। ਰਣਜੀਤ ਸਿੰਘ ਸਦਾ ਜਿੰਨੀ ਉਹਨਾਂ ਨੂੰ ਆਮਦਨ ਹੁੰਦੀ ਸੀ ਉਸ ਦੇ ਹਿਸਾਬ ਦੇ ਨਾਲ ਹੀ ਖਰਚ ਕੀਤਾ ਜਾਂਦਾ ਸੀ। ਇਸ ਤਰ੍ਹਾਂ ਉਸ ਵੇਲੇ ਦੀਵਾਨ ਭਵਾਨੀ ਦਾਸ ਨੂੰ ਜਦੋਂ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਤਾਂ ਉਸਨੇ ਵਿੱਤ ਵਿਭਾਗ ਦੇ ਵਿੱਚ ਬਹੁਤ ਸਾਰੇ ਸੁਧਾਰ ਵੀ ਕੀਤੇ ਸਨ। ਫਸਟ ਹੈ ਸਾਡੇ ਕੋਲ ਭੂਮੀ ਕਰ ਪ੍ਰਣਾਲੀ ਭਾਵ ਲੈਂਡ ਰੈਵਨਿਊ ਸਿਸਟਮ। ਰਣਜੀਤ ਸਿੰਘ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਉਹ ਸੀ ਭੂਮੀ ਕਰ। ਲੈਂਡ ਰੈਵਨਿਊ ਉਹ ਸਭ ਤੋਂ ਵੱਡਾ ਸਰੋਤ ਸੀ। ਸ਼ਾਮਤ ਅਲੀ ਦੇ ਅਨੁਸਾਰ ਕਿ ਰਣਜੀਤ ਸਿੰਘ ਦੇ ਰਾਜ ਦੀ ਵਾਰਸ਼ਿਕ ਆਮਦਨ, ਸਾਲਾਨਾ ਆਮਦਨ ਕੋਈ 3 ਕਰੋੜ ਦੇ ਲਗਭਗ ਸੀ, ਜਿਸ ਵਿੱਚੋਂ 2 ਕਰੋੜ ਰੁਪਇਆ ਉਹ ਸਿਰਫ ਭੂਮੀ ਕਰ ਦੇ ਵਜੋਂ ਹੀ ਇਕੱਠੇ ਕੀਤੇ ਜਾਂਦੇ ਸਨ। ਨੈਕਸਟ ਹੈ ਸਾਡੇ ਕੋਲ ਕਿ ਭੂਮੀ ਕਰ ਨਿਯਤ ਕਰਨ ਦੀਆਂ ਵਿਧੀਆਂ ਕਿਹੜੀਆਂ ਸਨ, ਕਿ ਮੈਥਡਸ ਕਿਹੜੇ ਸਨ ਉਹ ਲੈਂਡ ਰੈਵਨਿਊ ਅਸੈਸ ਕਰਨ ਦੇ, ਜਿਸ ਦੇ ਵਿੱਚ ਫਸਟ ਹੈ ਬਟਾਈ ਪ੍ਰਣਾਲੀ। ਉਸ ਵੇਲੇ ਬਟਾਈ ਪ੍ਰਣਾਲੀ ਇਹ ਵੀ ਇੱਕ ਵਿਧੀ ਸੀ, ਬਟਾਈ ਸਿਸਟਮ।
ਇਹ ਵਿਦਿਆਰਥੀਓ ਤੁਹਾਨੂੰ ਇੱਕ ਤਾਂ ਪ੍ਰੀਖਿਆ ਦੇ ਪੱਖ ਤੋਂ ਟੌਪਿਕ ਜੋ ਅਸੀਂ ਅੱਜ ਕਰ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਗਰਿਕ ਪ੍ਰਬੰਧ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਆਫ ਮਹਾਰਾਜਾ ਰਣਜੀਤ ਸਿੰਘ, ਇਹ ਪ੍ਰੀਖਿਆ ਦੇ ਪੱਖ ਤੋਂ ਜੋ ਸਾਡੇ ਵੱਡੇ ਕੁਐਸਚਨ ਪੁੱਛੇ ਜਾਂਦੇ ਹਨ ਸਬਜੈਕਟਿਵ ਟਾਈਪ, ਉਸ ਦੇ ਪੱਖੋਂ ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ, ਇਹ ਬਹੁਤ ਮਹੱਤਵਪੂਰਨ ਟੌਪਿਕ ਹੈ। ਨਾਲ ਹੀ ਇਸ ਦੇ ਵਿੱਚੋਂ ਤੁਹਾਨੂੰ ਸ਼ਾਰਟ ਨੋਟ ਸੰਖੇਪ ਰੂਪ ਦੇ ਵਿੱਚ ਜੋ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ ਪੁੱਛਿਆ ਜਾ ਸਕਦਾ ਹੈ ਸੰਖੇਪ ਰੂਪ ਦੇ ਵਿੱਚ। ਇਸੇ ਤਰ੍ਹਾਂ ਤੁਹਾਨੂੰ ਆਰਥਿਕ ਪ੍ਰਸ਼ਾਸਨ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਆਰਥਿਕ ਪ੍ਰਬੰਧ ਦੇ ਬਾਰੇ, ਨਾਲ ਹੀ ਨਿਆਂ ਪ੍ਰਬੰਧ ਬਾਰੇ ਪੁੱਛਿਆ ਜਾ ਸਕਦਾ ਹੈ। ਔਰ ਆਬਜੈਕਟਿਵ ਟਾਈਪ ਕੁਐਸਚਨਸ ਦੇ ਵਿੱਚ ਜਿਵੇਂ ਕਿ ਅਸੀਂ ਕਰ ਰਹੇ ਹਾਂ ਕਿ ਬਟਾਈ ਪ੍ਰਣਾਲੀ, ਕਨਕੂਦ ਪ੍ਰਣਾਲੀ, ਬੋਲੀ ਦੇਣ ਦੀ ਪ੍ਰਣਾਲੀ, ਨਗਦੀ ਪ੍ਰਣਾਲੀ, ਹਲ ਪ੍ਰਣਾਲੀ, ਇਹ ਸਾਰੇ ਜੋ ਸਿਸਟਮਸ ਹਨ ਇਹਨਾਂ ਦੇ ਬਾਰੇ ਵੀ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਫਸਟ ਕਰ ਰਹੇ ਸੀ ਕਿ ਬਟਾਈ ਪ੍ਰਣਾਲੀ ਕੀ ਹੁੰਦੀ ਹੈ। ਬਟਾਈ ਤੋਂ ਭਾਵ ਹੁੰਦਾ ਹੈ ਵੰਡਣਾ, ਭਾਵ ਕਿ ਉਸ ਵੇਲੇ ਕਿ ਇਹ ਬਟਾਈ ਪ੍ਰਣਾਲੀ ਤੋਂ ਕੀ ਭਾਵ ਸੀ ਕਿ ਫਸਲ ਨੂੰ ਕੱਟਣ ਤੋਂ ਬਾਅਦ ਫਸਲ ਦੇ 3 ਹਿੱਸੇ ਕਰ ਲਏ ਜਾਂਦੇ ਸਨ, ਜਿਸ ਦੇ ਵਿੱਚੋਂ 2 ਹਿੱਸੇ ਉਹ ਕਿਸਾਨ ਦੇ ਹੁੰਦੇ ਸਨ ਔਰ 1 ਹਿੱਸਾ ਉਹ ਸਰਕਾਰ ਲੈ ਜਾਂਦੀ ਸੀ। ਲੇਕਿਨ ਬਾਅਦ ਦੇ ਵਿੱਚ ਰਣਜੀਤ ਸਿੰਘ ਨੇ ਇਸ ਪ੍ਰਥਾ ਨੂੰ 1823 ਈਸਵੀ ਦੇ ਵਿੱਚ ਬੰਦ ਕਰ ਦਿੱਤਾ ਸੀ, ਕਿਉਂਕਿ ਇਸ ਤੇ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਸੀ ਔਰ ਬਹੁਤ ਹੀ ਖਰਚੀਲੀ ਇਹ ਵਿਵਸਥਾ ਬਣ ਜਾਂਦੀ ਸੀ। ਉਸ ਤੋਂ ਬਾਅਦ ਨੈਕਸਟ ਹੈ ਕਨਕੂਦ ਪ੍ਰਣਾਲੀ। ਕਨਕੂਦ ਪ੍ਰਣਾਲੀ ਤੋਂ ਕੀ ਭਾਵ ਸੀ ਕਿ ਖੜੀ ਹੋਈ ਫਸਲ ਤੋਂ ਹੀ ਅੰਦਾਜ਼ਾ ਲਗਾਇਆ ਜਾਂਦਾ ਸੀ, ਅਨੁਮਾਨ ਲਗਾਇਆ ਜਾਂਦਾ ਸੀ ਕਿ ਇਸ ਤੋਂ ਕਿੰਨੀ ਇਨਕਮ ਹੋ ਸਕਦੀ ਹੈ। ਇਸ ਤਰ੍ਹਾਂ ਉਸ ਆਧਾਰ ਤੇ ਹੀ ਲਗਾਨ ਨਿਸ਼ਚਿਤ ਕਰ ਦਿੱਤਾ ਜਾਂਦਾ ਸੀ। ਇਸ ਨੂੰ ਕਨਕੂਦ ਪ੍ਰਣਾਲੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਬੋਲੀ ਦੇਣ ਦੀ ਪ੍ਰਣਾਲੀ ਹੈ ਕਿ 1834 ਵਿੱਚ ਸੀਮਾਵਰਤੀ ਪ੍ਰਾਂਤਾਂ ਦੇ ਵਿੱਚ ਬੋਲੀ ਦੇਣ ਦੀ ਪ੍ਰਣਾਲੀ ਲਾਗੂ ਕੀਤੀ ਗਈ ਸੀ, ਭਾਵ ਕਿ ਖੇਤਾਂ ਦੇ ਸਮੂਹ ਉੱਤੇ ਬੋਲੀ ਦਿੱਤੀ ਜਾਂਦੀ ਸੀ ਔਰ ਜਿਸ ਦੀ ਬੋਲੀ ਸਭ ਤੋਂ ਜ਼ਿਆਦਾ ਹੁੰਦੀ ਸੀ ਉਸ ਨੂੰ ਨਿਯਤ ਖੇਤਰ ਦੇ ਵਿੱਚੋਂ ਲਗਾਨ ਵਸੂਲ ਕਰਨ ਦਾ ਹੱਕ ਦੇ ਦਿੱਤਾ ਜਾਂਦਾ ਸੀ ਔਰ ਬੋਲੀ ਜਿੱਤਣ ਵਾਲੇ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਰਕਮ ਜਮ੍ਹਾਂ ਕਰਾਉਣੀ ਪੈਂਦੀ ਸੀ। ਇਸੇ ਤਰ੍ਹਾਂ ਨੈਕਸਟ ਹੈ ਨਗਦੀ ਪ੍ਰਣਾਲੀ। ਨਗਦੀ ਪ੍ਰਣਾਲੀ ਤੋਂ ਭਾਵ ਕੀ ਹੈ ਕਿ ਜਿਸ ਤਰ੍ਹਾਂ ਟੈਕਸ ਦੇ ਰੂਪ ਵਿੱਚ ਅਨਾਜ ਜਮ੍ਹਾਂ ਕਰਾਇਆ ਜਾਂਦਾ ਸੀ, ਉਸੇ ਤਰ੍ਹਾਂ ਉਹ ਅਨਾਜ ਦੀ ਜਗ੍ਹਾ ਤੇ ਨਗਦੀ ਜਮ੍ਹਾਂ ਕਰਵਾਈ ਜਾਂਦੀ ਸੀ ਸਰਕਾਰੀ ਖਜ਼ਾਨੇ ਦੇ ਵਿੱਚ। ਇਸ ਤਰ੍ਹਾਂ ਨੈਕਸਟ ਹੈ ਹਲ ਆਧਾਰ ਪ੍ਰਣਾਲੀ। ਹਲ ਆਧਾਰ ਭਾਵ ਕਿ ਕਿੰਨੀ ਜਗ੍ਹਾ ਦੇ ਉੱਪਰ ਉਹ ਹਲ ਦੇ ਨਾਲ ਜਿਹੜੇ ਆ ਉਹ ਆਪਣਾ ਹਲ ਵਾਇਆ ਜਾਂਦਾ ਸੀ, ਉਸ ਆਧਾਰ ਤੇ ਜੋ ਟੈਕਸ ਉਹ ਇਕੱਠਾ ਕੀਤਾ ਜਾਂਦਾ, ਭਾਵ ਕਿ ਬਲਦਾਂ ਦੀ ਜੋੜੀ 15 ਬਿੱਗੇ ਧਰਤੀ ਉਹ ਜੋਤ ਸਕਦੀ ਹੈ ਔਰ ਇਸ ਨੂੰ ਪ੍ਰਮਾਣ ਕਰ ਲਿਆ ਜਾਂਦਾ ਸੀ ਔਰ ਉਸ ਆਧਾਰ ਤੇ ਹੀ ਟੈਕਸ ਨਿਸ਼ਚਿਤ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਨੈਕਸਟ ਹੈ ਬਿੱਗਾ ਆਧਾਰ ਪ੍ਰਣਾਲੀ ਕਿ ਇੱਕ ਬਿੱਗੇ ਨੂੰ ਇੱਕ ਇਕਾਈ ਮੰਨ ਲਿਆ ਜਾਂਦਾ ਸੀ ਔਰ ਭੂਮੀ ਕਰ ਲੈਣ ਵਾਲੇ ਕਰਮਚਾਰੀ ਇੱਕ ਬਿੱਗੇ ਦੀ ਫਸਲ ਜਾਂ ਉਪਜ ਦਾ ਅਨੁਮਾਨ ਲਗਾ ਲੈਂਦੇ ਸਨ ਔਰ ਉਸ ਦੇ ਆਧਾਰ ਤੇ ਹੀ ਬਾਕੀ ਜਗ੍ਹਾ, ਬਾਕੀ ਜ਼ਮੀਨ ਦਾ ਲਗਾਨ ਉਹ ਨਿਸ਼ਚਿਤ ਕਰਦੇ ਸਨ। ਇਸੇ ਤਰ੍ਹਾਂ ਨੈਕਸਟ ਹੈ ਖੂਹ ਆਧਾਰ ਪ੍ਰਣਾਲੀ। ਖੂਹ ਆਧਾਰ ਪ੍ਰਣਾਲੀ ਤੋਂ ਕੀ ਭਾਵ ਸੀ ਕਿ ਇੱਕ ਖੂਹ ਦੇ ਪਾਣੀ ਦੇ ਨਾਲ ਕਿੰਨੀ ਜ਼ਮੀਨ ਨੂੰ ਸਿੰਜਿਆ ਜਾ ਸਕਦਾ ਹੈ, ਉਸ ਆਧਾਰ ਤੇ ਹੀ ਇਸ ਨੂੰ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਇਸ ਤਰ੍ਹਾਂ ਨੈਕਸਟ ਹੈ ਠੇਕੇਦਾਰੀ ਜਾਂ ਇਜਾਰੇਦਾਰੀ ਪ੍ਰਣਾਲੀ। ਰਣਜੀਤ ਸਿੰਘ ਨੇ ਆਪਣੇ ਰਾਜ ਦੇ ਅੰਤਲੇ ਸਾਲਾਂ ਦੇ ਵਿੱਚ ਭਾਵ 1834 ਤੋਂ 1839 ਇਸ ਵਿੱਚ ਠੇਕੇਦਾਰੀ ਜਾਂ ਇਜਾਰੇਦਾਰੀ ਪ੍ਰਣਾਲੀ ਲਾਗੂ ਕੀਤੀ ਸੀ। 3 ਤੋਂ 6 ਸਾਲਾਂ ਲਈ ਕੁਝ ਨਿਸ਼ਚਿਤ ਪਿੰਡਾਂ ਤੋਂ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਉਹ ਕਿਸੇ ਠੇਕੇਦਾਰ ਨੂੰ ਦੇ ਦਿੰਦੀ ਸੀ ਔਰ ਉਸ ਨੂੰ ਹੀ ਇਜਾਰਾਦਾਰ ਆਖਿਆ ਜਾਂਦਾ ਸੀ। ਇਸ ਨਾਲ ਇੱਕ ਤਾਂ ਨਿਸ਼ਚਿਤ ਆਮਦਨ ਰਣਜੀਤ ਸਿੰਘ ਨੂੰ ਮਿਲ ਜਾਂਦੀ ਸੀ, ਦੂਸਰਾ ਉਸ ਨੂੰ ਖਰਚਾ ਨਹੀਂ ਕਰਨਾ ਪੈਂਦਾ ਸੀ ਔਰ ਲੇਕਿਨ ਇਸ ਦੇ ਨਾਲ ਇੱਕ ਨੁਕਸਾਨ ਵੀ ਹੋਇਆ ਕਿ ਠੇਕੇਦਾਰ ਨਿਸ਼ਚਿਤ ਲਗਾਨ ਉਹ ਸਮਰਾਟ ਨੂੰ ਆਪਣੇ ਮਹਾਰਾਜਾ ਨੂੰ ਜਮ੍ਹਾਂ ਕਰਾ ਦਿੰਦੇ ਸਨ, ਲੇਕਿਨ ਉਹ ਕਿਸਾਨਾਂ ਦਾ ਸ਼ੋਸ਼ਣ ਵੀ ਕਰਦੇ ਸਨ। ਸੈਕੰਡ ਪੁਆਇੰਟ ਅੱਗੇ ਭੂਮੀ ਕਰ ਦੇ ਰੂਪ ਵਿੱਚ ਸਰਕਾਰੀ ਹਿੱਸਾ। ਭੂਮੀ ਕਰ ਦੇ ਲਈ ਭੂਮੀ ਕਰ ਕਿੰਨਾ ਇਕੱਠਾ ਕੀਤਾ ਜਾਂਦਾ ਸੀ, ਇਸ ਦੇ ਬਾਰੇ ਇਤਿਹਾਸਕਾਰਾਂ ਦੇ ਬਾਰੇ ਅਲੱਗ-ਅਲੱਗ ਵਿਚਾਰ ਹਨ। ਸਰ ਗ੍ਰਿਫਨ ਨੇ ਲਿਖਿਆ ਹੈ ਕਿ ਕੁੱਲ ਉਪਜ ਦਾ 1/2 ਭਾਗ ਵਸੂਲ ਕਰਦੇ ਸੀ। ਇਸ ਤੋਂ ਬਿਨਾਂ ਕਈ ਤਰ੍ਹਾਂ ਦੇ ਮਹਿਸੂਲ ਵੀ ਲਏ ਜਾਂਦੇ ਸਨ। ਸੀਤਾਰਾਮ ਕੋਹਲੀ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਜੋ ਉਪਜਾਊ ਜ਼ਮੀਨ ਹੁੰਦੀ ਸੀ ਉਸ ਦਾ ਅੱਧਾ ਹਿੱਸਾ ਲੈ ਲਿਆ ਜਾਂਦਾ ਸੀ ਟੈਕਸ ਵਜੋਂ ਔਰ ਬਾਕੀ ਥਾਵਾਂ ਤੇ ਤੀਜੇ ਹਿੱਸੇ ਦਾ ਰਿਵਾਜ ਸੀ। ਤਾਂ ਸਮੁੱਚੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਉਪਜਾਊ ਜਿੱਥੇ ਜ਼ਮੀਨ ਹੁੰਦੀ ਸੀ ਉੱਥੋਂ ਅੱਧਾ ਹਿੱਸਾ ਲਿਆ ਜਾਂਦਾ ਸੀ ਔਰ ਘੱਟ ਉਪਜਾਊ ਜ਼ਮੀਨ ਤੋਂ 1/3 ਤੋਂ 1/4 ਹਿੱਸਾ ਉਹ
लिया जाता सी। इसका थर्ड पॉइंट है लगान उगराउण दा ढंग कि 2 वारी साल दे विच लगान इकट्ठा किया जाता सी, एक मई के महीने में, दूजा अक्तूबर के महीने में। लगान वसूलण की जिम्मेवारी पिंड के नंबरदार मुकदम की हुंदी सी जो कि कारदार नूं जमा कराउंदे सन ते कारदार उस रकम विचों कुछ सरकारी खर्च रख के बाकी सारा खर्चा वो सरकारी खजाने विच जमा कर दिंदे सन। इस तरह अगे नैक्सट है लगान की कुल रकम। रणजीत सिंह दे राज दे विच जो लगान की रकम सी खेतीबाड़ी तो लगभग 2 करोड़ के लगभग हुंदी सी। नैक्सट है भूमि कर प्रणाली की आलोचना। भूमि कर प्रणाली की आलोचना दे विच सब तो पहला है कि बुरा पक्ष, जिस दे विच कहा जाता है कि भारी लगान लैंदे सन महाराजा रणजीत सिंह और नाल ही कि जो लगान इकट्ठा करते सन वो बहुत ही बेईमान अते लालची अफसर हुंदे सन। दूसरे पासे चंगा पक्ष भी है इस लैंड रेवन्यू सिस्टम का। फस्ट है कि किसानां दे भले का ख्याल रखा जाता सी। सैकेंड है केवल उपजाऊ भूमि उत्ते ही वध लगान लगदा सी। थर्ड पॉइंट है महाराजा किसानां दी रखिया करदा सी। फोर्थ पॉइंट है लगान प्रबंध नूं सुधारन लई सदा तैयार रहिंदे सी महाराजा रणजीत सिंह। इस तरह आमदन दे कई होर साधन सन जिवें कि चुंगी कर तो आमदन हुंदी सी, इस तरह आबकारी कर, अफीम, भंग, शराब अते होर नशे दी वस्तुआं ते कर लगदा सी। इस तरह जगीरां जो वंडियां जांदियां सन जगीरदारां तो टैक्स लिया जांदा सी। इस तरह नजराने एक तरह का तोहफा कार्य हुंदा सी। इस तरह जुर्मानिਆਂ तो इनकम हुंदी सी। कई कित्तियां ते कर लगाए जांदे सन और जब्तियां भाव के जो जगीरां जब्त कर लईआं जांदियां सन और इस तरह नमक ते भी कर लगदा सी। अगे खर्च का ढंग कि बहुत सारा हिस्सा वो सैना के उपर खर्च किया जाता सी और बाकी लोक भलाई ते किया जाता सी। नैक्सट है कि रणजीत सिंह की कार प्रणाली का असीं मुलांकन करिए तो असीं देखते हैं कि उसकी कार प्रणाली बहुत हद तक चंगी सी। अगे नैक्सट है न्याय प्रबंध। न्याय प्रबंध दे विच कि महाराजा रणजीत सिंह के समय कोई न्याय उस वेले कोई लिखती नहीं सी। रस्मां रिवाजां दे उपर ही और धार्मिक रीति रिवाजां दे उपर ही न्याय प्रबंध निश्चित सी। सब तो पहला है अदालतां दा प्रबंध हुंदा सी उस वेले, जिस दे विच पहली अदालत सी महाराजा की अदालत, सैकेंड सी अदालत आला जो कि सब तो वड्डी हुंदी सी और लाहौर विखे हुंदी सी। इस तरह अदालती कचहरियां हुंदियां सन और अमृतसर अते पेशावर विच कायम कीतियां गईयां सन। उस तो बाद नाजिम की अदालत जो कि प्रांतां की राजधानी दे विच ये नाजिम की अदालत हुंदी सी। नैक्सट है कारदार की अदालत। परगने के सदर भाव हैडकुआटर का उत्ते न्याय का मुखी कारदार हुंदा सी। इस तरह काजी की अदालत है कि वड्डे वड्डे शहरों में काजियां दी अदालतां हुंदियां सन। नैक्सट है पिंडां दी पंचायतां। पिंडां दी पंचायतां उस वेले हर तरह के नाल पिंडां दे मसले नूं सुलझाउण दे लई वो अदालतां लगाउंदे सन। इस तरह नैक्सट है जगीरदारां दीआं अदालतां। जगीरदारां दे कोल जिन्ने भी इलाके हुंदे सन उन्हां दे विच अपने इलाके दे विच वो लोकां दे फैसलिਆਂ ਦਾ निपटारा करन दे लई वो भी अदालतां लाउंदे सन। इस तरह नैक्सट है अदालतां दे काम करन दे ढंग किस तरह सन कि अदालतां दे विच कोई भी एक तरह नाल निश्चित नहीं सी कि उन्हां दे लई कोई निखती कानून नहीं बनिया होया सी और उन्हां कारणा करके उस वेले असीं देखदे हां कि अदालतां अपने तरीके नाल काम करदियां सन। इस तरह कानून अते दंड कि उस वेले किसी नूं मौत की सज़ा नहीं सी दित्ती जांदी, ज़्यादातर भारी जुर्माने किए जाते सन। नैक्सट है न्याय आमदन का एक साधन। उस वेले न्याय आमदन का एक सोर्स सी, एक साधन सी, क्योंकि न्याय के पक्षों जो भारी जुर्माने किए जाते सन तो काफ़ी इनकम उन्होंने मिलती सी। नैक्सट है रणजीत सिंह के न्याय प्रबंध का मुलांकन। महाराजा रणजीत सिंह के न्याय प्रबंध के जो मुलांकन के बारे असीं गल करते तो उसके 2 पक्ष हैं, एक है बुरा पक्ष, एक है चंगा पक्ष। बुरे पक्ष दे विच असीं देखते हैं कि बहुत सारे इतिहासकार रणजीत सिंह के न्याय प्रबंध नूं चंगा नहीं मनते। उन्हां दे विच कहा गया है कि उस वेले न्याय प्रबंध नूं आमदन का एक साधन बनाया होया सी सरकार ने। उन्हां तो भारी जुर्माने मसूल किए जाते सन और किसी तरह का कोई लिखती कानून नहीं हुंदा सी और अपनी मन मर्जी के नाल फैसले वो सुनाए जाते सन। रणजीत सिंह आप सब तो वड्डा न्यायाधीश हुंदा सी। इस दे अलावा रणजीत सिंह के न्याय प्रबंध के मुलांकन की गल करते हुए एक चंगा पक्ष भी है और बहुत सारे इतिहासकार रणजीत सिंह के न्याय प्रबंध को बहुत चंगा भी मनते हैं और क्योंकि उस वेले लोकां दीआं परंपरावां ते आधारित ही न्याय सुनाया जाता सी।
ਤਾਂ ਅਸੀਂ ਅੰਤ ਦੇ ਵਿੱਚ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਵੇਲੇ ਦੇ ਹਾਲਾਤਾਂ ਦੇ ਅਨੁਕੂਲ ਸੀ ਔਰ ਲੋਕ ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਸਨ। ਤਾਂ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਗਰਿਕ ਪ੍ਰਬੰਧ ਦੇ ਬਾਰੇ ਜਾਣਿਆ ਵਿਦਿਆਰਥੀਓ, ਔਰ ਉਮੀਦ ਹੈ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਣਾ ਹੈ। ਧੰਨਵਾਦ।